बहुत ही प्यारे विद्यार्थियों, अज आपां तुहाडा 7वीं जमात का साइंस विषय है जिहड़ा एक चैप्टर आ पौद्यां विच पोषण न्यूट्रिशन इन प्लांट्स ਉਹ पढ़न जा रहे हैं। मेरा नाम है जसकारण सिंह, साइंस मास्टर सरकारी मिडल स्कूल गुरु सर महाराज जिला बठिंडा तो आओ बच्चों अज आपां तुहाडा ये जिहड़ा चैप्टर आ पौद्यां विच पोषण ये शुरू करिए। अज दे अपने इस लैक्चर के दौरान बच्चों आपां इस चैप्टर दे विचों जो जो चीज़ां पढ़नियां हन वो टॉपिक किहड़े-किहड़े आ। पहलां आपां जाणांगे पोषक तत्त की हुंदे आ, पोषण न्यूट्रिशन किस नूं कहंदे हन, पोषण दीआं वख-वख विधियां किहड़ियां हुंदियां हन, स्वै पोषी पोषण की हुंदा गा, प्रकाश संश्लेषण की है, परपोषी पोषण किस नूं कहंदे हन ते मिट्टी विच पोषक तत्तां दी पूर्ति किवें हुंदी आ। तां इह वाले जिहड़े टॉपिक आ बच्चों अज आपां इस चैप्टर दे विच पढ़ने हन। सब तो पहलां आपां जाणदे हां पोषक तत्त की हुंदे आ। तो बच्चों तुसीं 6वीं जमात दे विच भोजन बारे पढ़िया है। भोजन की हुंदा, संजीवां दे वाधे विकास अते रोज़ाना जीवन दीआं गतिविधियां लई भोजन बहुत जरूरी है। प्रोटीन, विटामिन, चर्बी, कार्बोहाइड्रेट्स, खनिज पदार्थ, पानी, फोकट जां मेवे आदि ਇਹ ਕੀ ਆ संतुलित भोजन के अंश हैं। तो बच्चों ਜਿਹੜੇ ਇਹ संतुलित भोजन ਹੁੰਦਾ ਇਹਦੇ जो अंश आ ਇਹ ਕੀ ਆ ਆਪਣੇ ਸਰੀਰ ਦੇ ਵਾਧੇ ਵਿਕਾਸ ਅਤੇ ਨਿਰਮਾਣ ਲਈ ਬਹੁਤ ਜ਼ਰੂਰੀ ਆ। ਇਹ ਪਦਾਰਥ ਆਪਾਂ ਨੂੰ ਵੱਖ-ਵੱਖ ਤਰ੍ਹਾਂ ਦੇ ਖਾਦ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ। ਤਾਂ ਇਹ ਅੰਸ਼ ਸਰੀਰ ਦੇ ਨਿਰਮਾਣ ਵਿੱਚ ਸਹਾਈ ਹੁੰਦੇ ਹਨ ਅਤੇ ਇਹਨਾਂ ਨੂੰ ਹੀ ਪੋਸ਼ਕ ਤੱਤ ਕਿਹਾ ਜਾਂਦਾ ਹੈ। ਤਾਂ ਆਪਾਂ ਇਹ ਸਮਝ ਸਕਦੇ ਹਾਂ ਬੇਟੇ ਕਿ ਜੋ ਆਪਾਂ ਖਾਦ ਪਦਾਰਥ ਖਾਣ ਵਾਲੇ ਪਦਾਰਥ ਆਪਾਂ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ ਉਹਨਾਂ ਨੂੰ ਹੀ ਕੀ ਕਹਿੰਦੇ ਹਨ, ਪੋਸ਼ਕ ਤੱਤ ਕਹਿੰਦੇ ਹਨ। ਅੱਗੇ ਆ ਬੇਟੇ पोषण। पोषण की चीज़ है? किसी जीव द्वारा भोजन प्राप्त करना ਅਤੇ उसकी योग वरतों नाल खपत करना ਨੂੰ पोषण कहते हैं। तो पोषण की है बेटे वो वाली विधि जिस द्वारा जीव आ जिहड़े वो भोजन नूं प्राप्त करते हैं ते उसकी वरतों अपने वाधे विकास ਅਤੇ रोज़ाना गतिविधियां लई करते हैं। उसनूं की कहते हैं? पोषण कहते हैं। सारे जीवां लई पोषण इक्को जिहा नहीं हुंदा। तां विद्यार्थियों जिवें अपने कोले पौधे हो गए, छोटे छोटे जीव हो गए, पशु पंछी हो गए, मनुख हो गया, इन्हां सारिਆਂ ਦੇ ਵਿੱਚ ਭੋਜਨ ਗ੍ਰਹਿਣ ਕਰਨ ਦੀਆਂ ਜੋ ਵਿਧੀਆਂ ਹਨ ਉਹ ਵੱਖ-ਵੱਖ ਹਨ। ਮਨੁੱਖ, ਜੀਵ ਜੰਤੂ, ਪੌਦ ਆਦਿ ਵੱਖ-ਵੱਖ ਤਰੀਕਿਆਂ ਰਾਹੀਂ ਭੋਜਨ ਪ੍ਰਾਪਤ ਕਰਦੇ ਹਨ ਅਤੇ ਉਸ ਦੀ ਵਰਤੋਂ ਕਰਦੇ ਹਨ। ਕਿਉਂਕਿ ਬੱਚੋ ਆਪਣਾ ਜਿਹੜਾ ਇਹ ਪਾਠ ਹੈ ਪੌਦਿਆਂ ਵਿੱਚ ਪੋਸ਼ਣ, ਮਤਲਬ ਆਪਾਂ ਇਸ ਪਾਠ ਦੇ ਵਿੱਚ ਪੌਦਿਆਂ ਬਾਰੇ ਗੱਲ ਕਰਾਂਗੇ ਕਿ ਪੌਦੇ ਕਿਹੜੀ ਵਿਧੀਆਂ ਰਾਹੀਂ ਭੋਜਨ ਆਪਣਾ ਪ੍ਰਾਪਤ ਕਰਦੇ ਹਨ। ਹੁਣ ਆ ਬੇਟੇ पोषण ਦੀਆਂ ਵਿਧੀਆਂ। ਤਾਂ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਸਾਰੇ ਜੀਵਾਂ ਲਈ पोषण ਕੀ ਆ, ਇੱਕੋ ਜਿਹਾ ਨਹੀਂ ਹੁੰਦਾ। ਭੋਜਨ ਸੰਬੰਧੀ ਆਦਤਾਂ ਦੇ ਆਧਾਰ ਤੇ ਜੀਵਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੁੰਦਾ ਸਵੈ ਪੋਸ਼ੀ ਪੋਸ਼ਣ ਤੇ ਦੂਜਾ ਹੁੰਦਾ ਪਰਪੋਸ਼ੀ ਪੋਸ਼ਣ। ਤਾਂ ਤੁਸੀਂ ਬੱਚਿਓ ਦੇਖ ਸਕਦੇ ਹੋ पोषण ਦੀਆਂ ਦੋ ਵਿਧੀਆਂ ਹਨ। ਇੱਕ ਹੁੰਦੀ ਆ ਸਵੈ ਪੋਸ਼ੀ ਪੋਸ਼ਣ, ਦੂਜਾ ਹੁੰਦਾ ਪਰਪੋਸ਼ੀ ਪੋਸ਼ਣ। ਤੇ ਜਿਹੜਾ ਪਰਪੋਸ਼ੀ ਪੋਸ਼ਣ ਆ ਉਹ ਅੱਗੇ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ: ਪਰਜੀਵੀ, ਕੀਟ ਆਹਾਰੀ, ਮ੍ਰਿਤ ਆਹਾਰੀ ਅਤੇ ਸਹਿਜੀਵੀ। ਤਾਂ ਆਓ ਬੱਚਿਓ ਹੁਣ ਆਪਾਂ ਪਹਿਲਾਂ ਸਵੈ ਪੋਸ਼ੀ ਪੋਸ਼ਣ ਬਾਰੇ ਪੜ੍ਹਾਂਗੇ ਅਤੇ ਫਿਰ ਆਪਾਂ ਪਰਪੋਸ਼ੀ ਪੋਸ਼ਣ ਬਾਰੇ ਪੜ੍ਹਾਂਗੇ। स्वै पोषी पोषण, ऑटोट्रॉपिक न्यूट्रिशन। स्वै पोषण का अर्थ है आप तैयार करना। ਜਿਹੜੇ ਸੰਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਉਹਨਾਂ ਨੂੰ ਸਵੈ ਪੋਸ਼ੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਦੇ ਪੋਸ਼ਣ ਨੂੰ ਸਵੈ ਪੋਸ਼ੀ ਪੋਸ਼ਣ ਕਹਿੰਦੇ ਹਨ। ਤਾਂ ਉਹ ਵਾਲੇ ਜੀਵ ਬੇਟੇ ਜਿਹੜੇ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਹਨ। ਇਸ ਵਿੱਚ ਬੇਟੇ ਸਾਰੇ ਹਰੇ ਪੌਦੇ ਆ ਜਾਂਦੇ ਹਨ
ਤੇ ਕੁਝ ਬੈਕਟੀਰੀਆ ਵੀ ਇਸ ਵਿੱਚ ਆ ਜਾਂਦੇ ਹਨ। ਅੱਗੇ ਆ ਬੇਟੇ ਪ੍ਰਕਾਸ਼ ਸੰਸਲੇਸ਼ਨ ਕੀ ਹੁੰਦਾ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਹਰੇ ਪੌਦੇ ਆ ਉਹ ਆਪਣਾ ਭੋਜਨ ਆਪ ਤਿਆਰ ਕਰਦੇ ਆ। ਜਿਸ ਵਿਧੀ ਰਾਹੀਂ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਨੂੰ ਪ੍ਰਕਾਸ਼ ਸੰਸਲੇਸ਼ਨ ਆਖਦੇ ਹਨ। ਤਾਂ ਪ੍ਰਕਾਸ਼ ਸੰਸਲੇਸ਼ਨ ਬੇਟੇ ਕੀ ਆ, ਉਹ ਵਾਲੀ ਵਿਧੀ ਆ ਜਿਸ ਦੇ ਰਾਹੀਂ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਪ੍ਰਕਾਸ਼ ਸੰਸਲੇਸ਼ਨ ਅਜਿਹੀ ਕਿਰਿਆ ਹੈ ਜਿਸ ਦੌਰਾਨ ਸੂਰਜੀ ਪ੍ਰਕਾਸ਼ ਊਰਜਾ ਅਤੇ ਕਲੋਰੋਫਿਲ ਵਰਨਕ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਨੂੰ ਗਲੂਕੋਜ਼ ਵਿੱਚ ਸੰਸਲਿਸ਼ਟ ਕੀਤਾ ਜਾਂਦਾ ਹੈ। ਤਾਂ ਪ੍ਰਕਾਸ਼ ਸੰਸਲੇਸ਼ਨ ਬੇਟੇ ਕੀ ਆ, ਉਹ ਵਾਲੀ ਵਿਧੀ ਆ ਜਿਸ ਦੇ ਨਾਲ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ। ਇਸ ਕਿਰਿਆ ਰਾਹੀਂ ਹਰੇ ਪੌਦੇ ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਪਰਿਵਰਤਿਤ ਕਰਦੇ ਹਨ। ਆਓ ਆਪਾਂ ਇਸ ਦੀ ਸਮੀਕਰਨ ਦੇਖਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਾਰਬਨ ਡਾਈਆਕਸਾਈਡ ਅਤੇ ਪਾਣੀ ਇਹ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੌਜੂਦਗੀ ਦੇ ਵਿੱਚ ਗਲੂਕੋਜ਼ ਅਤੇ ਆਕਸੀਜਨ ਪੈਦਾ ਕਰਦੇ ਹਨ। ਤਾਂ ਸਮੀਕਰਨ ਕੀ ਹੈ ਇਸ ਦੀ 6CO2 + 6H2O। ਇਹ ਬੇਟੇ ਕੀ ਬਣਾਉਂਦੇ ਆ ਮਿਲ ਕੇ C6H12O6 + O2। ਮਤਲਬ ਕਾਰਬਨ ਡਾਈਆਕਸਾਈਡ ਅਤੇ ਪਾਣੀ ਮਿਲ ਕੇ ਗਲੂਕੋਜ਼ ਅਤੇ ਆਕਸੀਜਨ ਦਾ ਨਿਰਮਾਣ ਕਰਦੇ ਹਨ। ਪੌਦੇ ਵਿੱਚ ਭੋਜਨ ਦਾ ਨਿਰਮਾਣ ਪੱਤਿਆਂ ਵਿੱਚ ਹੁੰਦਾ ਹੈ। ਤਾਂ ਬੱਚਿਓ ਮੈਂ ਤੁਹਾਨੂੰ ਦੱਸਿਆ ਕਿ ਪੱਤਿਆਂ ਦੇ ਵਿੱਚ ਕਲੋਰੋਫਿਲ ਨਾਂ ਦਾ ਇੱਕ ਹਰੇ ਰੰਗ ਦਾ ਵਰਨਕ ਹੁੰਦਾ ਹੈ ਜੋ ਸੂਰਜ ਦੀ ਊਰਜਾ ਨੂੰ ਸੌਖਣ ਦਾ ਕੰਮ ਕਰਦਾ ਹੈ। ਤਾਂ ਇਸ ਤਰ੍ਹਾਂ ਜੋ ਪੌਦੇ ਵਿੱਚ ਪੱਤੇ ਹੁੰਦੇ ਹਨ, ਪੱਤਿਆਂ 'ਤੇ ਕਲੋਰੋਫਿਲ ਨਾਂ ਦਾ ਇੱਕ ਵਰਨਕ ਹੁੰਦਾ ਹੈ ਜੋ ਕੀ ਕਰਦਾ, ਭੋਜਨ ਨਿਰਮਾਣ ਵਿੱਚ ਸਹਾਈ ਹੁੰਦਾ ਹੈ। ਅੱਗੇ ਆ ਬੇਟੇ ਪ੍ਰਕਾਸ਼ ਸੰਸਲੇਸ਼ਨ ਲਈ ਕੱਚੀ ਸਮੱਗਰੀ, ਮਤਲਬ ਪੌਦਿਆਂ ਨੂੰ ਭੋਜਨ ਬਣਾਉਣ ਦੇ ਲਈ ਜੋ ਮੁੱਢਲੀ ਸਮੱਗਰੀ ਦੀ ਜ਼ਰੂਰਤ ਹੈ ਉਹ ਕੀ ਹੁੰਦੇ ਹਨ। ਪ੍ਰਕਾਸ਼ ਸੰਸਲੇਸ਼ਨ ਲਈ ਪਾਣੀ ਅਤੇ ਕਾਰਬਨ ਡਾਈਆਕਸਾਈਡ ਕੱਚੀ ਸਮੱਗਰੀ ਵਜੋਂ ਵਰਤੇ ਜਾਂਦੇ ਹਨ। ਇਸ ਕਿਰਿਆ ਲਈ ਕਲੋਰੋਫਿਲ ਅਤੇ ਸੂਰਜੀ ਪ੍ਰਕਾਸ਼ ਵੀ ਜ਼ਰੂਰੀ ਹੁੰਦਾ ਹੈ। ਤਾਂ ਬੱਚਿਓ ਆਪਾਂ ਨੂੰ ਮੂਲ ਰੂਪ ਵਿੱਚ ਪੌਦਿਆਂ ਨੂੰ ਪਾਣੀ ਚਾਹੀਦਾ, ਕਾਰਬਨ ਡਾਈਆਕਸਾਈਡ ਚਾਹੀਦੀ ਆ, ਇਸ ਤੋਂ ਇਲਾਵਾ ਉਹਨਾਂ ਨੂੰ ਸੂਰਜੀ ਪ੍ਰਕਾਸ਼ ਚਾਹੀਦਾ ਹੈ ਤੇ ਇੱਕ ਉਹਨਾਂ ਨੂੰ ਕਲੋਰੋਫਿਲ ਜੋ ਕਿ ਉਹਨਾਂ ਦੇ ਪੱਤਿਆਂ ਵਿੱਚ ਮੌਜੂਦ ਹੁੰਦਾ ਹੈ। ਇਹ ਸਾਰੀਆਂ ਮਤਲਬ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ। ਆਓ ਹੁਣ ਆਪਾਂ ਜਾਣਦੇ ਹਾਂ ਕਿ ਜੋ ਇਹ ਕੱਚੀ ਸਮੱਗਰੀ ਹੈ ਇਹ ਪੌਦਿਆਂ ਨੂੰ ਕਿੱਥੋਂ ਪ੍ਰਾਪਤ ਹੋਵੇਗੀ। ਤਾਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਸੂਰਜੀ ਪ੍ਰਕਾਸ਼ ਦੀ। ਸਾਰੇ ਸੰਜੀਵਾਂ ਲਈ ਸੂਰਜ ਹੀ ਊਰਜਾ ਦਾ ਮੂਲ ਸਰੋਤ ਹੈ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੌਰਾਨ ਸੂਰਜੀ ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਿਆ ਜਾਂਦਾ ਹੈ। ਤਾਂ ਬੱਚਿਓ ਜਿਵੇਂ ਤੁਸੀਂ ਜਾਣਦੇ ਹੋ ਕਿ ਸੂਰਜ ਕੁਦਰਤੀ ਰੂਪ ਵਿੱਚ ਊਰਜਾ ਦਾ ਸਰੋਤ ਹੈ, ਤਾਂ ਪੌਦੇ ਵੀ ਇਸੇ ਸੂਰਜੀ ਊਰਜਾ ਦੀ ਵਰਤੋਂ ਆਪਣੇ ਭੋਜਨ ਬਣਾਉਣ ਦੇ ਲਈ ਕਰਦੇ ਹਨ। ਤਾਂ ਸੂਰਜੀ ਪ੍ਰਕਾਸ਼ ਸਾਨੂੰ ਕੁਦਰਤੀ ਰੂਪ ਵਿੱਚ ਸੂਰਜ ਤੋਂ ਪ੍ਰਾਪਤ ਹੁੰਦਾ ਹੈ। ਅੱਗੇ ਗੱਲ ਕੀਤੀ ਸੀ ਬੇਟੇ ਆਪਾਂ ਕਾਰਬਨ ਡਾਈਆਕਸਾਈਡ ਦੀ। ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਹਵਾ ਹੈ ਇਹ ਵੱਖ-ਵੱਖ ਗੈਸਾਂ ਦਾ ਮਿਸ਼ਰਣ ਹੈ। ਇਹਨਾਂ ਦੇ ਹਵਾ ਦੇ ਵਿੱਚ ਹੀ ਕਾਰਬਨ ਡਾਈਆਕਸਾਈਡ ਗੈਸ ਪਾਈ ਜਾਂਦੀ ਹੈ। ਹਵਾ ਵਿਚਲੀ ਕਾਰਬਨ ਡਾਈਆਕਸਾਈਡ ਪੱਤਿਆਂ ਵਿੱਚ ਬਹੁਤ ਹੀ ਸੂਖਮ ਮੁਸਾਮਾਂ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਤਾਂ ਪੱਤਿਆਂ ਦੇ ਉੱਪਰ ਬੇਟੇ ਬਿਲਕੁਲ ਛੋਟੇ-ਛੋਟੇ ਬਰੀਕ ਸੁਰਾਖ ਹੁੰਦੇ ਹਨ। ਇਹਨਾਂ ਸੁਰਾਖਾਂ ਦੇ ਰਾਹੀਂ ਹੀ ਜਿਹੜੀ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ
ਪੱਤਿਆਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਇਹਨਾਂ ਸੂਖਮ ਸੁਰਾਖਾਂ ਨੂੰ ਅਸੀਂ ਸਟੋਮੈਟਾ ਆਖਦੇ ਹਾਂ। ਸਟੋਮੈਟਾ ਅੱਗੇ ਗਾਰਡ ਸੈੱਲਾਂ ਨਾਲ ਘਿਰੇ ਹੁੰਦੇ ਹਨ। ਤਾਂ ਬੱਚਿਓ ਇਹ ਇੱਕ ਇੰਪੋਰਟੈਂਟ ਜ਼ਰੂਰੀ ਪੁਆਇੰਟ ਹੈ। ਸਟੋਮੈਟਾ ਕੀ ਹੁੰਦੇ ਹਨ? ਸੂਖਮ ਸੁਰਾਖ ਹੁੰਦੇ ਹਨ ਜਿਸ ਦੇ ਰਾਹੀਂ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਭਾਵ ਕਾਰਬਨ ਡਾਈਆਕਸਾਈਡ ਗੈਸ ਹਵਾ ਵਿੱਚੋਂ ਪੱਤਿਆਂ ਦੁਆਰਾ ਸੋਖੀ ਜਾਂਦੀ ਹੈ ਇਹਨਾਂ ਸੂਖਮ ਸੁਰਾਖਾਂ ਸਟੋਮੈਟਾ ਦੇ ਰਾਹੀਂ। ਅੱਗੇ ਆਪਣੇ ਕੋਲੇ ਪਾਣੀ ਅਤੇ ਖਣਿਜ। ਤਾਂ ਬੱਚਿਓ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਜੜ੍ਹਾਂ ਦੇ ਰਾਹੀਂ ਸੋਖੇ ਜਾਂਦੇ ਹਨ। ਪੌਦੇ ਵਿੱਚ ਮੌਜੂਦ ਜਾਈਲਮ ਟਿਸ਼ੂ ਰਾਹੀਂ ਪਾਣੀ ਅਤੇ ਖਣਿਜ ਇੱਕ ਭਾਗ ਤੋਂ ਦੂਜੇ ਭਾਗਾਂ ਨੂੰ ਭੇਜੇ ਜਾਂਦੇ ਹਨ। ਤਾਂ ਦੇਖੋ ਬੱਚਿਓ ਕੀ ਹੈ, ਜੜ੍ਹਾਂ ਜੋ ਕਿ ਧਰਤੀ ਦੇ ਹੇਠਾਂ ਦੱਬੀਆਂ ਹੁੰਦੀਆਂ ਹਨ, ਉਹਨਾਂ ਵਿੱਚ ਇੱਕ ਜਾਈਲਮ ਨਾਂ ਦਾ ਟਿਸ਼ੂ ਪਾਇਆ ਜਾਂਦਾ ਹੈ। ਇਹ ਟਿਸ਼ੂ ਇੱਕ ਤਰ੍ਹਾਂ ਟਰਾਂਸਪੋਰਟੇਸ਼ਨ ਦਾ ਕੰਮ ਕਰਦਾ ਹੈ। ਭਾਵ ਧਰਤੀ ਹੇਠੋਂ ਪਾਣੀ ਅਤੇ ਖਣਿਜ ਪਦਾਰਥਾਂ ਨੂੰ ਚੂਸ ਕੇ ਪੌਦੇ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਭੇਜਣ ਦਾ ਕੰਮ ਕਰਦਾ ਹੈ। ਤਾਂ ਇਸ ਤਰ੍ਹਾਂ ਜੜ੍ਹਾਂ ਦੀ ਸਹਾਇਤਾ ਦੇ ਨਾਲ ਪਾਣੀ ਅਤੇ ਖਣਿਜ ਮਿੱਟੀ ਵਿੱਚੋਂ ਸੋਖੇ ਜਾਂਦੇ ਹਨ। ਅੱਗੇ ਬੇਟੇ ਆਪਾਂ ਮਹੱਤਵਪੂਰਨ ਜੋ ਗੱਲ ਕੀਤੀ ਸੀ ਕਲੋਰੋਫਿਲ ਦੇ ਰਿਗਾਰਡਿੰਗ। ਹਰੇ ਵਰਨਕ ਦੀ ਮੌਜੂਦਗੀ ਕਾਰਨ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ। ਇਸ ਵਰਨਕ ਨੂੰ ਕਲੋਰੋਫਿਲ ਕਿਹਾ ਜਾਂਦਾ ਹੈ। ਇਹ ਸੂਰਜੀ ਊਰਜਾ ਨੂੰ ਸੋਖਣ ਵਿੱਚ ਪੱਤਿਆਂ ਦੀ ਮਦਦ ਕਰਦਾ ਹੈ। ਤਾਂ ਬੱਚਿਓ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪੱਤਿਆਂ ਵਿੱਚ ਜੋ ਕਲੋਰੋਫਿਲ ਨਾਂ ਦਾ ਇੱਕ ਵਰਨਕ ਹੁੰਦਾ ਹੈ ਜੋ ਕਿ ਸੂਰਜੀ ਊਰਜਾ ਨੂੰ ਸੋਖਣ ਦਾ ਕੰਮ ਕਰਦਾ ਹੈ। ਪੱਤੇ ਦਾ ਹਰਾ ਰੰਗ ਵੀ ਕਲੋਰੋਫਿਲ ਵਰਨਕ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ। ਕਈ ਅਜਿਹੇ ਪੌਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਪੱਤੇ ਹਰੇ ਰੰਗ ਦੇ ਨਹੀਂ ਹੁੰਦੇ। ਅਜਿਹਾ ਉਹਨਾਂ ਵਿੱਚ ਕਿਸੇ ਹੋਰ ਰੰਗ ਦੇ ਵਰਨਕ ਕਾਰਨ ਹੁੰਦਾ ਹੈ ਜੋ ਹਰੇ ਵਰਨਕ ਨੂੰ ਢੱਕ ਲੈਂਦਾ ਹੈ। ਤਾਂ ਬੱਚਿਓ ਕਈ ਪੌਦੇ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਪੱਤਿਆਂ ਦਾ ਰੰਗ ਹਰਾ ਨਹੀਂ ਹੁੰਦਾ। ਉਸ ਦਾ ਕਾਰਨ ਕੀ ਆ ਕਿ ਉਸ ਦੇ ਵਿੱਚ ਕੁਝ ਹੋਰ ਰੰਗ ਦੇ ਵਰਨਕ ਹੁੰਦੇ ਆ ਜੋ ਕਿ ਇਸ ਹਰੇ ਵਰਨਕ ਨੂੰ ਕੀ ਕਰਦੇ ਆ, ਢੱਕ ਲੈਂਦੇ ਹਨ। ਜਿਵੇਂ ਕੈਲੀਅਸ ਨਾਂ ਦੇ ਪੌਦੇ ਵਿੱਚ ਲਾਲ ਰੰਗ ਦੇ ਵਰਨਕ ਹੁੰਦੇ ਹਨ ਅਤੇ ਲਾਲ ਬੰਦ ਗੋਭੀ ਵਿੱਚ ਬੈਂਗਨੀ ਜਾਂ ਜਾਮਨੀ ਰੰਗ ਦੇ ਵਰਨਕ ਹੁੰਦੇ ਹਨ। ਅਜਿਹੇ ਪੱਤਿਆਂ ਵਿੱਚ ਵੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੁੰਦੀ ਹੈ ਕਿਉਂਕਿ ਉਹਨਾਂ ਵਿੱਚ ਹਰੇ ਰੰਗ ਦਾ ਵਰਨਕ ਕਲੋਰੋਫਿਲ ਵੀ ਮੌਜੂਦ ਹੁੰਦਾ ਹੈ। ਤਾਂ ਬੱਚਿਓ ਜਿਹੜੇ ਪੱਤੇ ਜਾਂ ਪੌਦੇ ਦਾ ਰੰਗ ਹਰਾ ਨਹੀਂ ਵੀ ਹੈਗਾ ਪਰ ਉਸ ਦੇ ਵਿੱਚ ਕਲੋਰੋਫਿਲ ਹੈਗੀ ਹੈ ਤਾਂ ਉਸ ਦੇ ਵਿੱਚ ਵੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੋਵੇਗੀ। ਸੋ ਕਲੋਰੋਫਿਲ ਕੀ ਹੈ, ਇੱਕ ਮਹੱਤਵਪੂਰਨ ਵਰਨਕ ਹੈ ਜੋ ਕਿ ਭੋਜਨ ਬਣਾਉਣ ਦੇ ਵਿੱਚ ਪੌਦੇ ਦੀ ਸਹਾਇਤਾ ਕਰਦਾ ਹੈ। ਅੱਗੇ ਆ ਬੇਟੇ ਪ੍ਰਕਾਸ਼ ਸੰਸਲੇਸ਼ਨ ਦੇ ਉਤਪਾਦ। ਇਦੋਂ ਪਹਿਲਾਂ ਆਪਾਂ ਪੜ੍ਹਿਆ ਸੀ ਕੱਚੀ ਸਮੱਗਰੀ ਕਿ ਪੌਦੇ ਨੂੰ ਭੋਜਨ ਬਣਾਉਣ ਦੇ ਲਈ ਕੀ ਕੁਝ ਚਾਹੀਦਾ। ਹੁਣ ਆਪਾਂ ਦੇਖਦੇ ਹਾਂ ਕਿ ਜੋ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੋਈ ਉਸ ਦੇ ਵਿੱਚ ਕਿਹੜਾ ਉਤਪਾਦ ਪੈਦਾ ਹੋਇਆ ਜਾਂ ਕਿਸ ਤਰੀਕੇ ਨਾਲ ਭੋਜਨ ਪੈਦਾ ਹੋਇਆ। ਤਾਂ ਬੱਚਿਓ ਆਪਾਂ ਇਸ ਦੀ ਰਸਾਇਣਿਕ ਸਮੀਕਰਨ ਦੇਖਦੇ ਹਾਂ। ਤੁਸੀਂ ਦੇਖ ਸਕਦੇ ਹੋ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਕਿ ਜੋ ਕਾਰਬਨ ਡਾਈਆਕਸਾਈਡ ਅਤੇ ਪਾਣੀ ਹੈ ਉਹ ਕੱਚੀ ਸਮੱਗਰੀ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਕਲੋਰੋਫਿਲ ਅਤੇ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਦੇ ਵਿੱਚ, ਅਤੇ ਗਲੂਕੋਜ਼ ਅਤੇ ਆਕਸੀਜਨ ਇਹ ਸਾਨੂੰ ਉਤਪਾਦ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ। ਇਸ ਕਿਰਿਆ ਦੇ ਮੁੱਢਲੇ ਉਤਪਾਦ ਆਕਸੀਜਨ ਗੈਸ ਅਤੇ ਗਲੂਕੋਜ਼ ਹਨ। ਗਲੂਕੋਜ਼ ਬਾਅਦ ਵਿੱਚ ਸਟਾਰਚ ਦੇ ਰੂਪ ਵਿੱਚ ਜਮ੍ਹਾਂ ਕੀਤੇ ਜਾਂਦੇ ਹਨ। ਸਟਾਰਚ ਬੱਚੇ ਜਿਵੇਂ ਕਣਕ, ਮੱਕੀ, ਚਾਵਲ ਆਦਿ ਇਸ ਰੂਪ ਦੇ ਵਿੱਚ ਮਤਲਬ ਕਿ ਆਪਾਂ ਪ੍ਰਾਪਤ ਕਰਦੇ ਹਾਂ।
ਤਾਂ ਇਹ ਸੀ ਬੱਚਿਓ ਆਪਣੇ ਕੋਲ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਬਾਰੇ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਇੱਕ ਸਵੈ ਪੋਸ਼ੀ ਪੋਸ਼ਣ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਕਿਰਿਆ ਦੇ ਰਾਹੀਂ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਇਹ ਸੀ ਆਪਣੇ ਕੋਲੇ ਸਵੈ ਪੋਸ਼ੀ ਪੋਸ਼ਣ। ਹੁਣ ਆਪਾਂ ਜਾਣਦੇ ਹਾਂ ਪਰਪੋਸ਼ੀ ਪੋਸ਼ਣ ਕੀ ਹੁੰਦਾ ਹੈ। ਪਰਪੋਸ਼ੀ ਪੋਸ਼ਣ ਜਿਹੜੇ ਜੀਵ ਆਪਣਾ ਭੋਜਨ ਆਪ ਨਹੀਂ ਤਿਆਰ ਕਰ ਸਕਦੇ ਅਤੇ ਭੋਜਨ ਲਈ ਦੂਜੇ ਜੀਵਾਂ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ। ਤਾਂ ਉਹ ਵਾਲੇ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾਉਂਦੇ, ਉਹਨਾਂ ਨੂੰ ਅਸੀਂ ਪਰਪੋਸ਼ੀ ਕਹਿੰਦੇ ਹਾਂ ਅਤੇ ਇਸ ਪ੍ਰਕਾਰ ਦੇ ਪੋਸ਼ਣ ਨੂੰ ਅਸੀਂ ਪਰਪੋਸ਼ੀ ਪੋਸ਼ਣ ਕਹਿੰਦੇ ਹਾਂ। ਸਾਰੇ ਜੰਤੂ ਅਤੇ ਕੁਝ ਪੌਦੇ ਪਰਪੋਸ਼ੀ ਹੁੰਦੇ ਹਨ। ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚਿਓ, ਸਕਰੀਨ ਦੇ ਉੱਤੇ ਤੁਹਾਨੂੰ ਗਾਂ ਦਿਖਾਈ ਹੋਈ ਹੈ, ਇੱਕ ਮਨੁੱਖ ਦਿਖਾਇਆ ਹੋਇਆ ਹੈ, ਇਸ ਤੋਂ ਇਲਾਵਾ ਇੱਕ ਪੌਦਾ ਦਿਖਾਇਆ ਹੋਇਆ ਹੈ। ਇਹ ਮਨੁੱਖ, ਗਾਂ, ਅਮਰਵੇਲ ਆਦਿ ਪਰਪੋਸ਼ੀ ਹਨ। ਤਾਂ ਜਿਵੇਂ ਤੁਹਾਨੂੰ ਪਤਾ ਬੱਚਿਓ ਕਿ ਮਨੁੱਖ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦਾ, ਉਹ ਭੋਜਨ ਦੇ ਲਈ ਪੌਦਿਆਂ ਦੇ ਉੱਤੇ ਨਿਰਭਰ ਕਰਦਾ ਹੈ। ਤਾਂ ਹੁਣ ਆਪਾਂ ਬੱਚਿਓ ਇੱਥੇ, ਕਿਉਂਕਿ ਆਪਾਂ ਪੌਦਿਆਂ ਵਿੱਚ ਪੋਸ਼ਣ ਬਾਰੇ ਪੜ੍ਹ ਰਹੇ ਹਾਂ, ਤਾਂ ਆਪਾਂ ਪਰਪੋਸ਼ੀ ਪੋਸ਼ਣ ਦੇ ਵਿੱਚ ਉਹਨਾਂ ਪੌਦਿਆਂ ਦੀ ਗੱਲ ਕਰਾਂਗੇ ਜਿਹੜੇ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਕੁਝ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਵਿੱਚ ਕਲੋਰੋਫਿਲ ਨਹੀਂ ਹੁੰਦੀ ਅਤੇ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਉਹ ਪੌਦੇ ਭੋਜਨ ਦੇ ਲਈ ਦੂਜੇ ਪੌਦਿਆਂ ਦੁਆਰਾ ਤਿਆਰ ਭੋਜਨ 'ਤੇ ਨਿਰਭਰ ਕਰਦੇ ਹਨ। ਅਜਿਹੇ ਪੌਦਿਆਂ ਨੂੰ ਅਸੀਂ ਪਰਪੋਸ਼ੀ ਪੌਦੇ ਕਹਿੰਦੇ ਹਾਂ। ਪਰਪੋਸ਼ੀ ਪੌਦਿਆਂ ਦੀਆਂ 4 ਸ਼੍ਰੇਣੀਆਂ ਹਨ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ। ਪਰਜੀਵੀ ਪੌਦੇ, ਕੀਟ ਆਹਾਰੀ ਪੌਦੇ, ਮ੍ਰਿਤ ਆਹਾਰੀ ਪੌਦੇ ਅਤੇ ਸਹਿਜੀਵੀ ਪੌਦੇ। ਆਓ ਹੁਣ ਆਪਾਂ ਇਹਨਾਂ 4 ਸ਼੍ਰੇਣੀਆਂ ਬਾਰੇ ਅੱਗੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪਰਜੀਵੀ ਪੌਦੇ ਉਹ ਪੌਦੇ ਜੋ ਆਪਣਾ ਭੋਜਨ ਲਈ ਦੂਜੇ ਪੌਦਿਆਂ ਅਤੇ ਜੀਵਾਂ 'ਤੇ ਨਿਰਭਰ ਕਰਦੇ ਹਨ ਨੂੰ ਪਰਜੀਵੀ ਪੌਦੇ ਕਹਿੰਦੇ ਹਨ। ਜਿਸ ਪੌਦੇ ਉੱਤੇ ਪਰਜੀਵੀ ਪੌਦਾ ਭੋਜਨ ਲਈ ਨਿਰਭਰ ਕਰਦਾ ਹੈ, ਉਸ ਪੌਦੇ ਨੂੰ ਮੇਜ਼ਬਾਨ ਜਾਂ ਹੋਸਟ ਕਿਹਾ ਜਾਂਦਾ ਹੈ। ਪਰਜੀਵੀ ਪੌਦਿਆਂ ਦੀ ਇੱਕ ਉਦਾਹਰਣ ਹੈ ਅਮਰਵੇਲ। ਅਮਰਵੇਲ ਬੇਟੇ ਪੱਤਿਆਂ ਰਹਿਤ ਪੀਲੇ ਰੰਗ ਦੀ ਧਾਗਿਆਂ ਵਰਗੀ ਵੇਲ ਹੁੰਦੀ ਹੈ। ਇਹ ਕਿਸੇ ਹੋਰ ਪੌਦੇ ਜਾਂ ਰੁੱਖ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਹੈ ਅਤੇ ਉਸ ਪੌਦੇ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਅਮਰਵੇਲ ਇੱਕ ਪਰਜੀਵੀ ਪੌਦਾ ਹੈ ਅਤੇ ਜਿਸ ਪੌਦੇ ਤੋਂ ਇਹ ਭੋਜਨ ਪ੍ਰਾਪਤ ਕਰਦੀ ਹੈ ਉਹ ਪੌਦਾ ਮੇਜ਼ਬਾਨ ਪੌਦਾ ਹੈ। ਤਾਂ ਅਮਰਵੇਲ ਇੱਕ ਪਰਜੀਵੀ ਪੌਦਿਆਂ ਦੀ ਉਦਾਹਰਣ ਹੈ। ਅੱਗੇ ਆਪਣੇ ਕੋਲੇ ਕੀਟ ਆਹਾਰੀ ਪੌਦੇ। ਅਜਿਹੇ ਪੌਦੇ ਜਿਨ੍ਹਾਂ ਅੰਦਰ ਕੀਟਾਂ ਨੂੰ ਪਕੜਨ ਅਤੇ ਹਜਮ ਕਰਨ ਲਈ ਪ੍ਰਣਾਲੀ ਮੌਜੂਦ ਹੁੰਦੀ ਹੈ ਨੂੰ ਕੀਟ ਆਹਾਰੀ ਪੌਦੇ ਕਿਹਾ ਜਾਂਦਾ ਹੈ। ਜਿਵੇਂ ਘੜਾ ਬੂਟੀ ਪੌਦਾ, ਤੁਸੀਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ, ਇੱਕ ਘੜੇ ਦੇ ਸ਼ੇਪ ਜਿਹਾ ਪੌਦਾ ਦਿਖਾਈ ਦਿੰਦਾ ਹੈ। ਇਸ ਪੌਦੇ ਦੇ ਪੱਤਿਆਂ ਉੱਪਰ ਘੜਿਆਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ। ਜਦੋਂ ਕੋਈ ਕੀਟ ਇਸ ਘੜੇ ਦੇ ਮੂੰਹ 'ਤੇ ਬੈਠਦਾ ਹੈ ਅਤੇ ਤਿਲਕ ਕੇ ਘੜੇ ਦੇ ਅੰਦਰ ਤਲ 'ਤੇ ਡਿੱਗਦਾ ਹੈ ਤਾਂ ਉੱਥੇ ਮੌਜੂਦ ਪਾਚਕ ਰਸਾਂ ਨਾਲ ਉਸ ਦਾ ਪਾਚਨ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਘੜਾ ਬੂਟੀ ਪੌਦਾ ਇੱਕ ਕੀਟ ਆਹਾਰੀ ਪੌਦੇ ਦੀ ਉਦਾਹਰਣ ਦੇ ਵਿੱਚ ਆਉਂਦਾ ਹੈ। ਅੱਗੇ ਆ ਬੇਟੇ ਆਪਣੇ ਕੋਲੇ ਮ੍ਰਿਤ ਆਹਾਰੀ ਪੌਦੇ। ਮ੍ਰਿਤ ਆਹਾਰੀ ਉਹ ਪੌਦੇ ਜਿਹੜੇ ਮ੍ਰਿਤ ਸਰੀਰਾਂ ਅਤੇ ਗਲੇ ਸੜੇ ਪਦਾਰਥਾਂ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ। ਉਦਾਹਰਣ ਉੱਲੀ, ਖਮੀਰ, ਖੁੰਭ
ਆਦਿ। ਤਾਂ ਅਜਿਹੇ ਪੌਦੇ ਕੀ ਆ ਬੇਟੇ, ਜਦੋਂ ਕੋਈ ਜੀਵ ਜਾਂ ਪੌਦੇ ਗਲ ਸੜ ਜਾਂਦੇ ਹਨ ਉਹਨਾਂ ਤੋਂ ਇਹ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਇਹ ਮ੍ਰਿਤ ਸਰੀਰਾਂ ਜਾਂ ਵਿਘਟਨਕਾਰੀ ਵਸਤੂਆਂ ਉੱਤੇ ਪਾਚਕ ਰਸਾਂ ਦਾ ਰਿਸਾਵ ਕਰਦੇ ਹਨ, ਜਿਸ ਨਾਲ ਉਹ ਘੁਲਣਸ਼ੀਲ ਰੂਪ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਜੀਵ ਇਸ ਘੋਲ ਨੂੰ ਭੋਜਨ ਦੇ ਰੂਪ ਵਿੱਚ ਸੋਖ ਲੈਂਦੇ ਹਨ। ਤਾਂ ਜੋ ਵੀ ਗਲੇ ਸੜੇ ਪੌਦੇ ਜਾਂ ਮ੍ਰਿਤ ਸਰੀਰ ਹਨ ਉਹਨਾਂ ਦੇ ਉੱਤੇ ਇਹ ਪਾਚਕ ਰਸਾਂ ਦਾ ਰਿਸਾਵ ਕਰਕੇ ਉਹਨਾਂ ਨੂੰ ਘੁਲਣਸ਼ੀਲ ਪਦਾਰਥਾਂ ਦੇ ਰੂਪ ਵਿੱਚ ਤੋੜ ਕੇ ਪਰਿਵਰਤਿਤ ਕਰ ਲੈਂਦੇ ਹਨ ਅਤੇ ਉਸ ਘੋਲ ਨੂੰ ਭੋਜਨ ਦੇ ਰੂਪ ਵਿੱਚ ਸੋਖ ਲੈਂਦੇ ਹਨ। ਅੱਗੇ ਆ ਬੇਟੇ ਆਪਣੇ ਕੋਲ ਸਹਿਜੀਵੀ ਪੌਦੇ। ਦੋ ਵੱਖ-ਵੱਖ ਜੀਵ ਆਪਸ ਵਿੱਚ ਸਹਿ ਸੰਬੰਧ ਵਿੱਚ ਰਹਿੰਦੇ ਹਨ, ਆਸਰੇ ਅਤੇ ਭੋਜਨ ਲਈ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ। ਜਿਵੇਂ ਉੱਲੀ ਅਤੇ ਕਾਈ ਵਿਚਕਾਰ ਸਹਿਜੀਵਨ ਦੀ ਵਧੀਆ ਉਦਾਹਰਨ ਹੈ ਲਾਈਕੇਨ। ਤਾਂ ਇਸ ਵਿੱਚ ਕੀ ਹੁੰਦਾ ਹੈ, ਦੋਵੇਂ ਜੀਵਾਂ ਨੂੰ ਲਾਭ ਹੁੰਦਾ ਹੈ। ਜਿਵੇਂ ਉੱਲੀ ਧਰਤੀ ਤੋਂ ਪਾਣੀ ਸੌਖਦੀ ਹੈ ਅਤੇ ਕਾਈ ਪ੍ਰਕਾਸ਼ ਸੰਸਲੇਸ਼ਨ ਕਿਰਿਆ ਰਾਹੀਂ ਭੋਜਨ ਉਪਲਬਧ ਕਰਾਉਂਦੀ ਹੈ। ਤਾਂ ਇਸ ਤਰ੍ਹਾਂ ਇਹ ਸਹਿਜੀਵੀ ਇੱਕ ਦੂਜੇ ਨਾਲ ਸੰਬੰਧ ਰੱਖਦੇ ਹੋਏ ਇੱਕ ਦੂਜੇ ਨੂੰ ਲਾਭ ਪਹੁੰਚਾਉਣ ਦੇ ਲਈ ਆਪਣੇ ਵਿੱਚ ਸੰਬੰਧ ਰੱਖਦੇ ਹਨ। ਇਸ ਨੂੰ ਅਸੀਂ ਸਹਿਜੀਵੀ ਪੌਦੇ ਕਹਿੰਦੇ ਹਾਂ। ਤੇ ਇਹ ਸੀ ਆਪਣੇ ਕੋਲੇ ਪਰਪੋਸ਼ੀ ਪੋਸ਼ਣ ਦੀਆਂ ਸ਼੍ਰੇਣੀਆਂ। ਅੱਗੇ ਆਪਾਂ ਗੱਲ ਕਰਦੇ ਹਾਂ ਮ੍ਰਿਤ ਜੀਵੀ ਪੋਸ਼ਣ ਦਾ ਅਧਿਐਨ ਕਰਨਾ। ਇਹ ਇੱਕ ਕਿਰਿਆ ਹੈ ਬੇਟੇ। ਤਾਂ ਇਹ ਤੁਸੀਂ ਆਪਣੇ ਸਕੂਲ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਵੀ ਇਸ ਨੂੰ ਕਰਕੇ ਦੇਖ ਸਕਦੇ ਹੋ। ਤੁਸੀਂ ਇਸ ਦੇ ਲਈ ਕੀ ਕਰਨਾ ਹੈ, ਇੱਕ ਬ੍ਰੈਡ ਦਾ ਟੁਕੜਾ ਲਓ ਅਤੇ ਉਸ ਨੂੰ ਪਾਣੀ ਵਿੱਚ ਭਿਉਂ ਦਿਓ। ਜੋ ਆਪਣੇ ਘਰ ਖਾਣ ਵਾਲਾ ਬ੍ਰੈਡ ਹੁੰਦਾ ਹੈ ਉਸ ਦਾ ਇੱਕ ਟੁਕੜਾ ਲੈਣਾ ਹੈ, ਉਸ ਨੂੰ ਪਾਣੀ ਦੇ ਵਿੱਚ ਭਿਉਂ ਕੇ ਗਿੱਲਾ ਕਰ ਲੈਣਾ ਹੈ। ਇਸ ਗਿੱਲੇ ਬ੍ਰੈਡ ਦੇ ਟੁਕੜੇ ਨੂੰ ਸਿੱਲੇ ਅਤੇ ਗਰਮ ਸਥਾਨ ਤੇ 2-3 ਦਿਨਾਂ ਲਈ ਰੱਖ ਦਿਓ ਜਦੋਂ ਤੱਕ ਇਹ ਗਲ ਸੜ ਨਾ ਜਾਣ। ਤਾਂ ਹਲਕੇ ਗਰਮ ਅਤੇ ਗਿੱਲੇ ਸਥਾਨ ਦੇ ਉੱਤੇ ਇਸ ਨੂੰ ਆਪਾਂ ਰੱਖਣਾ ਹੈ ਤਾਂ ਕਿ ਇਹ ਬਿਲਕੁਲ ਗਲ ਸੜ ਜਾਵੇ। ਇਸ ਉੱਪਰ ਰੂੰ ਵਰਗੀਆਂ ਚਿੱਟੇ, ਹਰੇ, ਭੂਰੇ ਜਾਂ ਹੋਰ ਰੰਗ ਦੀਆਂ ਸੰਰਚਨਾਵਾਂ ਦਿਖਾਈ ਦੇਣ ਲੱਗਦੀਆਂ ਹਨ। ਤਾਂ ਕੁਝ 2-4 ਦਿਨਾਂ ਬਾਅਦ ਇਸ ਦੇ ਉੱਪਰ ਤੁਹਾਨੂੰ ਭੂਰੇ ਰੰਗ ਦੀਆਂ, ਹਰੇ ਰੰਗ ਦੀਆਂ ਜਾਂ ਚਿੱਟੇ ਰੰਗ ਦੀਆਂ ਰੂੰ ਵਰਗੀਆਂ ਸੰਰਚਨਾਵਾਂ ਦਿਖਾਈ ਦੇਣ ਲੱਗ ਜਾਣਗੀਆਂ। ਤੁਸੀਂ ਚਿੱਤਰ ਵਿੱਚ ਜਿਵੇਂ ਦੇਖ ਸਕਦੇ ਹੋ। ਰੂੰ ਵਰਗੀਆਂ ਇਹ ਸੰਰਚਨਾਵਾਂ ਮ੍ਰਿਤ ਜੀਵੀ ਪੌਦੇ ਹਨ ਜੋ ਗਲੀ ਸੜੀ ਬ੍ਰੈਡ ਤੋਂ ਆਪਣਾ ਪੋਸ਼ਣ ਪ੍ਰਾਪਤ ਕਰਦੇ ਹਨ। ਤਾਂ ਬਿਲਕੁਲ ਵਿੱਚੋਂ ਜਿਵੇਂ ਤੁਸੀਂ ਅਚਾਰ ਨੂੰ ਵੀ ਕਦੇ ਉੱਲੀ ਲੱਗੀ ਦੇਖੀ ਹੋਏਗੀ, ਉਸ ਦੇ ਉੱਪਰ ਇੱਕ ਚਿੱਟਾ ਜਿਹਾ ਪਦਾਰਥ ਜੰਮ ਜਾਂਦਾ ਹੈ। ਤਾਂ ਬ੍ਰੈਡ ਦੇ ਉੱਤੇ ਵੀ ਤੁਸੀਂ ਇਹ ਕਿਰਿਆ ਕਰਕੇ ਦੇਖ ਸਕਦੇ ਹੋ। ਅੱਗੇ ਆਪਣਾ ਬੱਚਿਓ ਇੱਕ ਹੋਰ ਟੌਪਿਕ ਹੈ ਮਿੱਟੀ ਵਿੱਚੋਂ ਪੋਸ਼ਕਾਂ ਦੀ ਦੁਬਾਰਾ ਪੂਰਤੀ। ਤਾਂ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਪੌਦੇ ਹਨ ਉਹ ਮਿੱਟੀ ਵਿੱਚੋਂ ਪਾਣੀ, ਖਣਿਜ ਅਤੇ ਪੋਸ਼ਕ ਤੱਤ ਸੋਖਦੇ ਰਹਿੰਦੇ ਹਨ, ਜਿਸ ਕਾਰਨ ਮਿੱਟੀ ਵਿੱਚ ਪੋਸ਼ਕਾਂ ਦੀ ਕਮੀ ਹੋ ਜਾਂਦੀ ਹੈ। ਹੁਣ ਇਸ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਕੁਦਰਤੀ ਰੂਪ ਵਿੱਚ ਨਖੇੜਕਾਂ ਦੁਆਰਾ ਮ੍ਰਿਤ ਜੰਤੂਆਂ, ਪੌਦਿਆਂ ਅਤੇ ਪੱਤਿਆਂ ਨੂੰ ਸਰਲ ਅਣੂਆਂ ਵਿੱਚ ਨਖੇੜ ਕੇ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਦੀ ਪੂਰਤੀ ਕੀਤੀ ਜਾਂਦੀ ਹੈ। ਨਖੇੜਕ ਕੀ ਹੁੰਦੇ ਆ ਬੇਟੇ? ਛੋਟੇ ਛੋਟੇ ਜੀਵ ਹੁੰਦੇ ਹਨ ਜੋ ਕੀ ਕਰਦੇ ਹਨ, ਜੋ ਮ੍ਰਿਤ ਜੰਤੂ ਹਨ ਜਾਂ ਪੌਦੇ ਹਨ ਜਾਂ ਪੱਤੇ ਹਨ, ਉਹਨਾਂ ਨੂੰ ਛੋਟੇ ਛੋਟੇ ਅਣੂਆਂ ਵਿੱਚ ਤੋੜ ਦਿੰਦੇ ਹਨ। ਉਹ ਅਣੂ ਬਾਅਦ ਦੇ ਵਿੱਚ ਮਿੱਟੀ ਵਿੱਚ ਮਿਲ ਕੇ ਮਿੱਟੀ ਦੇ ਪੋਸ਼ਕ ਤੱਤਾਂ ਦੀ ਜੋ ਕਮੀ ਹੈ ਉਸ ਨੂੰ ਪੂਰਾ ਕਰ ਦਿੰਦੇ ਹਨ। ਖੇਤਾਂ ਵਿੱਚ ਕਿਸਾਨ ਰੂੜੀ ਖਾਦ ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਪੋਸ਼ਕ ਤੱਤਾਂ ਦੀ ਪੂਰਤੀ ਲਈ ਕਰਦਾ ਹੈ। ਤਾਂ ਖੇਤਾਂ ਵਿੱਚ ਵੀ ਬੱਚੇ ਕਿਸਾਨ ਖਾਦਾਂ ਦਾ ਪ੍ਰਯੋਗ ਦੀ ਸਹਾਇਤਾ ਨਾਲ ਇਹਨਾਂ ਤੱਤਾਂ ਦੀ ਪੂਰਤੀ ਕਰ ਲੈਂਦਾ ਹੈ। ਇੱਕ ਰਾਈਜੋਬੀਅਮ ਨਾਮ ਦਾ ਬੈਕਟੀਰੀਆ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤੋਂਯੋਗ ਰੂਪ ਵਿੱਚ ਬਦਲਦਾ ਹੈ, ਜਿਸ ਦੀ ਵਰਤੋਂ ਪੌਦੇ ਕਰਦੇ ਹਨ। ਤਾਂ ਇਹਨਾਂ ਤਰੀਕਿਆਂ ਦੇ ਨਾਲ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ। ਆਓ ਬੱਚਿਓ ਹੁਣ ਆਪਾਂ ਦੁਹਰਾਈ ਕਰੀਏ ਕਿ ਅੱਜ ਅਸੀਂ ਕੀ ਸਿੱਖਿਆ। ਪਹਿਲਾਂ ਅਸੀਂ ਜਾਣਿਆ ਕਿ ਪੋਸ਼ਕ ਤੱਤ ਕੀ ਹੁੰਦੇ ਹਨ,
ਜੋ ਸਾਡੇ ਭੋਜਨ ਦੇ ਵਿੱਚ ਮੌਜੂਦ ਅੰਸ਼ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹਨ। ਪੋਸ਼ਣ ਕੀ ਹੁੰਦਾ ਹੈ? ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਖਪਤ ਕਰਨ ਨੂੰ ਅਸੀਂ ਪੋਸ਼ਣ ਕਹਿੰਦੇ ਹਾਂ। ਫਿਰ ਪੋਸ਼ਣ ਦੀਆਂ ਵਿਧੀਆਂ ਵਿੱਚ ਸਵੈ ਪੋਸ਼ਣ, ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਨਾ। ਫਿਰ ਅਸੀਂ ਗੱਲ ਕੀਤੀ ਪ੍ਰਕਾਸ਼ ਸੰਸਲੇਸ਼ਨ ਦੀ, ਉਹ ਕਿਰਿਆ ਜਿਸ ਰਾਹੀਂ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਉਸ ਨੂੰ ਪ੍ਰਕਾਸ਼ ਸੰਸਲੇਸ਼ਨ ਕਹਿੰਦੇ ਹਨ। ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਕੀ ਹੈ ਬੇਟੇ? ਸਭ ਤੋਂ ਕਲੋਰੋਫਿਲ। ਕਲੋਰੋਫਿਲ ਕੀ ਹੁੰਦਾ? ਪੱਤਿਆਂ ਵਿੱਚ ਮੌਜੂਦ ਹਰੇ ਰੰਗ ਦਾ ਵਰਨਕ ਜੋ ਸੂਰਜੀ ਊਰਜਾ ਨੂੰ ਸੋਖਦਾ ਹੈ। ਫਿਰ ਅਸੀਂ ਇੱਕ ਗੱਲ ਕੀਤੀ ਸੀ ਸਟੋਮੈਟਾ ਦੀ। ਸਟੋਮੈਟਾ ਕੀ ਹੁੰਦੇ ਆ? ਪੱਤਿਆਂ ਵਿੱਚ ਮੌਜੂਦ ਸੂਖਮ ਸਰਾਖ ਜਿਨ੍ਹਾਂ ਰਾਹੀਂ ਗੈਸਾਂ ਦਾ ਵਟਾਂਦਰਾ ਹੁੰਦਾ ਹੈ, ਜਿਸ ਰਾਹੀਂ ਪੱਤੇ ਕਾਰਬਨ ਡਾਈਆਕਸਾਈਡ ਗੈਸ ਸੋਖਦੇ ਹਨ। ਫਿਰ ਅਸੀਂ ਗੱਲ ਕੀਤੀ ਸੀ ਪਰਪੋਸ਼ੀ ਦੀ, ਜੋ ਦੂਜਿਆਂ ਦੁਆਰਾ ਤਿਆਰ ਭੋਜਨ 'ਤੇ ਨਿਰਭਰ ਕਰਦੇ ਹਨ। ਫਿਰ ਅਸੀਂ ਪਰਪੋਸ਼ੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਗੱਲ ਕੀਤੀ, ਪਰਜੀਵੀ, ਕੀਟਹਾਰੀ, ਮ੍ਰਿਤਹਾਰੀ ਅਤੇ ਸਹਿਜੀਵੀ। ਫਿਰ ਅਸੀਂ ਤੁਹਾਨੂੰ ਇੱਕ ਕਿਰਿਆ ਬਾਰੇ ਦੱਸਿਆ ਕਿ ਮ੍ਰਿਤ ਜੀਵੀ ਪੋਸ਼ਣ ਦਾ ਧਿਆਨ ਤੁਸੀਂ ਕਿਵੇਂ ਕਰ ਸਕਦੇ ਹੋ, ਗਲੇ ਸੜੇ ਬ੍ਰੈਡ ਦੇ ਟੁਕੜੇ ਦੇ ਉੱਪਰ ਰੂੰ ਵਰਗੀਆਂ ਸੰਰਚਨਾਵਾਂ ਦੇ ਬਣਨ ਨਾਲ ਉਸ ਨੂੰ ਦੇਖ ਕੇ। ਫਿਰ ਅਸੀਂ ਗੱਲ ਕੀਤੀ ਸੀ ਕਿ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਿਵੇਂ ਹੁੰਦੀ ਹੈ, ਨਖੇੜਕਾਂ ਦੁਆਰਾ ਮ੍ਰਿਤ ਜੰਤੂਆਂ, ਪੌਦਿਆਂ ਅਤੇ ਪੱਤਿਆਂ ਆਦਿ ਦੀ ਰਹਿੰਦ ਖੂੰਹਦ ਨੂੰ ਸਰਲ ਪਦਾਰਥਾਂ ਵਿੱਚ ਤੋੜ ਕੇ। ਸੋ ਬੱਚਿਓ, ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚ ਤੁਹਾਡੇ ਨਾਲ ਅਸੀਂ ਇਸ ਪਾਠ ਬਾਰੇ ਡਿਸਕਸ ਕੀਤਾ। ਇਸ ਪਾਠ ਦੇ ਵਿੱਚ ਜੋ ਟੌਪਿਕ ਆਉਂਦੇ ਹਨ ਉਹਨਾਂ ਨੂੰ ਪੜ੍ਹਿਆ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪਾਠ ਬਾਰੇ ਹੁਣ ਚੰਗੀ ਤਰ੍ਹਾਂ ਜਾਣੂ ਹੋ ਗਏ ਹੋਵੋਗੇ। ਧੰਨਵਾਦ।